ਤੁਹਾਨੂੰ ਉਸ ਕੁੜੀ ਦੇ ਨਾਲ ਰੂਬਰੂ ਕਰਾਵਾਂਗੇ ਜਿਸ ਨੇ एक सरकारी नौकरी नूं अपनी इज्जत आबरू दे नाल न समझौता ना करन दे बदले ठोकर मार दित्ती। एक वड्डा अहुदा जो कि इंडो तिब्बत पुलिस जिहड़ी बॉर्डर ते तैनात है उस दी नौकरी नूं छड्ड के जिहड़ा ठोकर मार दित्ती, अपनी इज्जत दे नाल कोई समझौता नहीं कीता। मैम स्वागत है जी, बहुत शुक्रिया जी। ਅੱਜ किसानी संघर्ष दे विच पहुंचे हो, इस तो पहला भी तुसीं बगावत कर चुके हो, इज्जत दे नाल समझौता नहीं कीता सी, ਅੱਜ किसानां नूं संबोधन कीता बड़े जोशीले ढंग दे नाल। जी बिल्कुल, क्योंकि ये सिर्फ किसान वीरां दी प्रॉब्लम नहीं है, एक समाजिक प्रॉब्लम है। ਇਹ ਸਾਡੇ ਸਾਰਿਆਂ ਦੀ ਪ੍ਰੋਬਲਮ ਹੈ, ਢਿੱਡ ਸਾਡੇ ਸਾਰਿਆਂ ਨੂੰ ਲੱਗਿਆ ਹੋਇਆ ਹੈ ਔਰ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਮੈਂ ਹਮੇਸ਼ਾ ਕਹਿੰਦੀ ਰਹਿੰਦੀ ਹਾਂ ਇੰਟਰਕਨੈਕਟਡ ਹੈਗੀਆਂ, ਸਾਨੂੰ ਇਕੱਠੇ ਹੋ ਕੇ ਇਹਨਾਂ ਨਾਲ ਨਜਿੱਠਣ ਦੀ ਲੋੜ ਹੈ। ਮੈਮ ਕਿਵੇਂ ਦੇਖਦੇ ਹੋ ਸਰਕਾਰ ਦਾ ਬਿਲਕੁਲ ਅੜੀਅਲ ਰਵੱਈਆ ਹੈ, ਸਰਕਾਰ ਝੁਕਦੀ ਨਹੀਂ, ਹਾਲਾਂਕਿ ਜਿਹੜੇ ਇੱਥੇ ਬੈਠੇ ਕਿਸਾਨ ਨੇ, ਨੌਜਵਾਨ ਨੇ, ਉਹ ਮੋਦੀ ਸਰਕਾਰ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਅਪੀਲ ਵੀ ਕਰ ਰਹੇ ਨੇ ਕਿ ਤੁਹਾਡੇ ਪਿਓ ਦਾਦੇ ਦੀ ਉਮਰ ਦੇ ਬਜ਼ੁਰਗ ਇੱਥੇ ਧਰਨਾ ਦੇ ਰਹੇ ਆ, ਠੰਡ ਬਹੁਤ ਹੈ, ਇਹਨਾਂ ਬਾਰੇ ਸੋਚੋ, ਪਰ ਸਰਕਾਰ ਕਿਉਂ ਨਹੀਂ ਸੋਚ ਰਹੀ? ਜੀ ਜਦੋਂ ਡਿਕਟੇਟਰ ਅੱਤ ਕਰਦਾ ਨਾ ਤੇ ਫਿਰ ਐਕਸ਼ਨ ਵੀ ਅੱਤ ਦੇ ਹੀ ਲੈਣੇ ਪੈਂਦੇ ਆ। ਜੇ ਸਰਕਾਰ ਨਹੀਂ ਝੁਕੇਗੀ ਤੇ ਅਸੀਂ ਵੀ ਲੜਾਈ ਲੜਨ ਲਈ ਤਿਆਰ ਆ, ਇੱਥੇ ਬੈਠੇ ਆ, ਕਿਉਂਕਿ ਜਿਹੜਾ ਸੱਚ ਹੈ ਉਹ ਸਾਡੇ ਵੱਲ ਹੈ, ਕਾਨੂੰਨ ਸਾਡੇ ਵੱਲ ਹੈ ਔਰ ਇਹ ਜਿਹੜੀ ਸਰਕਾਰ ਹੈ ਲੀਗਲੀ ਸਪੀਕਿੰਗ, ਕਨਸਟੀਟਿਊਸ਼ਨਲੀ ਸਪੀਕਿੰਗ ਇਹ ਕਾਨੂੰਨ ਇਹ ਬਣਾ ਹੀ ਨਹੀਂ ਸਕਦੀ ਸੀਗੀ। ਇਹ ਜਿਹੜਾ ਸਬਜੈਕਟ ਹੈ ਖੇਤੀ ਹੈ ਔਰ ਖੇਤੀ ਦੇ ਪ੍ਰੋਡਿਊਸ ਦੀ ਮਾਰਕੀਟਿੰਗ ਹੈ, ਇਹ ਰਾਜਾਂ ਦਾ, ਸੂਬਿਆਂ ਦਾ ਸਬਜੈਕਟ ਹੈ। ਇਹ ਜਿਹੜੇ ਕਾਨੂੰਨ ਹੈਗੇ ਆ ਇਹ ਗਲਤ ਬਣਾਏ ਹੋਏ ਹੈ ਔਰ ਕਾਨੂੰਨ ਦੀ ਭਾਸ਼ਾ 'ਚ ਇਹਨੂੰ ਕਹਿੰਦੇ ਵੋਇਡ ਐਬ ਇਨੀਸ਼ੀਓ। ਇਹਦਾ ਮਤਲਬ ਹੈਗਾ ਕਿ ਥੀਸ ਲਾਜ਼ ਦੇ ਡੋਂਟ ਐਗਜ਼ਿਸਟ ਐਟ ਆਲ, ਇਹ ਸਿਰਫ ਡਿਕਲੇਅਰ ਹੀ ਹੋਣਾ ਕਿ ਹੈ ਨਹੀਂ ਗਏ, ਅਦਰਵਾਈਜ਼ ਇਹਨਾਂ ਦਾ ਵਜੂਦ ਜਿਹੜਾ ਹੈਗਾ ਉਹ ਅੱਜ ਵੀ ਨਹੀਂ ਹੈਗਾ। ਆਪਣੀ ਇੱਜ਼ਤ ਬਚਾਉਣ ਦੇ ਲਈ ਸਰਕਾਰ 3 ਕਾਨੂੰਨ ਰੱਦ ਨਹੀਂ ਕਰ ਰਹੀ, ਕਹਿੰਦੇ ਅਮੈਂਡਮੈਂਟ ਜ਼ਰੂਰ ਕਰ ਦਿੰਦੇ ਆ, ਫਿਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਆਪਣੀ ਸ਼ਾਖ ਬਚਾ ਰਹੇ ਨੇ, ਹੋਰ ਗੱਲ ਕੁਛ ਨਹੀਂ? ਸ਼ਾਖ ਨਹੀਂ ਬਚਾ ਰਹੇ ਜੀ, ਵਿਕੇ ਹੋਏ ਹੈਗੇ ਸਰਮਾਏਦਾਰਾਂ ਦੇ ਹੱਥੋਂ। ਇਹਨਾਂ ਨੂੰ ਉਹਨਾਂ ਦੇ ਛਿੱਤਰਾਂ ਦਾ ਡਰ ਹੈ, ਉਹਨਾਂ ਦੀਆਂ ਜੁੱਤੀਆਂ ਦਾ ਡਰ ਹੈ, ਕਿਉਂਕਿ ਤੁਸੀਂ ਦੇਖੋ ਇਹ ਕਾਨੂੰਨ ਅੱਜ ਆਏ, ਇਹਦੀ ਪਲੈਨਿੰਗ ਬਹੁਤ ਪਹਿਲਾਂ ਤੋਂ ਹੋ ਚੁੱਕੀ ਹੈ। ਇਹ ਜਿਹੜਾ ਸਰਮਾਏਦਾਰ ਹੈ ਉਹਨੇ ਪ੍ਰੋਪਰ ਆਪਣੀ ਇਨਵੈਸਟਮੈਂਟ ਕੀਤੀ ਹੋਈ ਹੈ, ਜਿਹੜੇ ਗੋਡਾਊਨਸ ਬਣਾਏ ਹੋਏ ਹੈ। ਇਹ ਜਿਹੜੀ ਸਰਕਾਰ ਹੈ ਸਿਰਫ ਦਲਾਲ ਹੈ ਵਿੱਚ। ਤੁਸੀਂ ਕਹਿ ਰਹੇ ਹੋ ਸਾਖ ਬਚਾਉਣ ਦੀ ਗੱਲ, ਸਾਖ ਬਚਾਉਂਦਾ ਉਹ ਹੈ ਜਿਹਦੀ ਸਾਖ ਹੋਵੇ। ਇਹ ਵਿਕੇ ਹੋਏ ਹੈਗੇ, ਦਲਾਲ ਹੈਗੇ ਆ, ਇਹਨਾਂ ਨੂੰ ਸਿਰਫ ਉਹਨਾਂ ਦੀਆਂ ਜੁੱਤੀਆਂ ਦਾ ਡਰ ਹੈ ਕਿ ਸਾਡੀਆਂ ਕੁਰਸੀਆਂ ਜਾਊਗੀਆਂ। ਔਰ ਇਸੇ ਕਰਕੇ ਮੈਂ ਆਵਾਮ ਨੂੰ ਇਹ ਜਿਹੜੀ ਹੈ ਬਾਰ-ਬਾਰ ਦਰਖਾਸਤ ਕਰਦੀ ਹਾਂ ਕਿ ਥੋੜੇ ਉਜਾਗਰ ਹੋ, ਸੋਚ ਸਮਝ ਕੇ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ, ਐਮਐਲਏ ਹੈਗੇ, ਆਪਣੇ ਲੀਡਰ ਹੈਗੇ, ਸੋਚ ਸਮਝ ਕੇ ਚੁਣਿਆ ਕਰੋ। ਹੁਣ ਤੇ ਇੱਕ ਹੋਰ ਰੌਲਾ ਪੈ ਗਿਆ ਜੀ ਈਵੀਐਮ ਦਾ। ਇਹ ਜਿਹੜਾ ਈਵੀਐਮ ਹੈਗਾ ਇਹ ਤਾਂ ਸਾਨੂੰ ਮਤਲਬ ਸਾਨੂੰ ਦੁਬਾਰਾ ਸਲੇਵ ਬਣਾ ਦੇਗਾ। ਸਾਨੂੰ ਜਿਹੜਾ ਅਸੀਂ ਮੁਲਕ ਆਜ਼ਾਦ ਕਰਾਇਆ ਸੀ, ਅਸੀਂ ਇਹਨਾਂ ਦੇ ਆਪਣੇ ਹੀ ਲੋਕਾਂ ਦੇ ਗੁਲਾਮ ਹੋ ਕੇ ਰਹਿ ਜਾਵਾਂਗੇ। ਇਸ ਕਰਕੇ ਲੋਕਾਂ ਨੂੰ ਚਾਹੀਦਾ ਹੈ ਕਿ ਇਹ ਸਹੁੰ ਪਾ ਲੈਣ ਕਿ ਜਦ ਤੱਕ ਈਵੀਐਮ ਹੈਗਾ ਆ ਅਸੀਂ ਕੋਈ ਕਿਸੇ ਨੂੰ ਵੋਟ ਵੀ ਨਹੀਂ ਪਾਣੀ ਹੈ। ਅਮਰੀਕਾ ਵਰਗੇ ਮੁਲਕ ਜਿਹੜੇ ਟੈਕਨੋਲੋਜੀ 'ਚ ਸਭ ਤੋਂ ਜ਼ਿਆਦਾ ਐਡਵਾਂਸ ਹੈਗੇ ਆ, ਉੱਥੇ ਵੀ ਈਵੀਐਮ ਦੇ ਨਾਲ ਵੋਟ ਨਹੀਂ ਪੈਂਦੀ। ਤੇ ਇਸ ਕਰਕੇ ਇਹ ਤਾਂ ਸਾਨੂੰ ਆਪ ਨੂੰ ਹੀ ਨਜਿੱਠਣਾ ਪਏਗਾ। ਕਿਵੇਂ ਲੱਗਦਾ ਹੈ ਇਸ ਵੇਲੇ ਸਥਿਤੀ ਕਿਵੇਂ ਹੈ? ਦੇਸ਼ ਦਾ ਜਵਾਨ ਤੇ ਕਿਸਾਨ ਬਿਲਕੁਲ ਆਮਣੇ ਸਾਹਮਣੇ, ਤੁਹਾਡੇ ਬਿਲਕੁਲ ਸਾਹਮਣੇ ਦੇਸ਼ ਦਾ ਜਵਾਨ ਖੜਾ ਹੈ ਔਰ ਇਸ ਤਰਫ ਦੇਸ਼ ਦਾ ਕਿਸਾਨ ਖੜਾ ਹੈ। ਸਥਿਤੀ ਬੇहद ਪੈਨਿਕ ਹੈ। ਫਿਰ ਵੀ ਜੇ ਦੇਖਿਆ ਜਾਵੇ ਸਰਕਾਰਾਂ ਕਿ ਲੋਕਲ ਲੋਕ, ਕਿਉਂਕਿ ਜਿਹੜੇ ਉਧਰ ਜਵਾਨ ਵੀ ਬੈਠੇ ਨੇ, ਇੱਧਰ ਕਿਸਾਨ ਬੈਠੇ ਨੇ, ਸੋਚਦੇ ਨੇ ਕਿ ਉਹ ਸਾਡੇ ਪੁੱਤਰ ਨੇ ਤੇ ਸਾਡੇ ਆਪਣੇ ਲੋਕ ਨੇ, ਪਰ ਸਰਕਾਰ ਦਾ ਰਵੱਈਆ ਬੇਹੱਦ ਅੜੀਅਲ ਹੈ। ਮੈਂ ਤੁਹਾਨੂੰ ਉਹਦੇ ਅੜੀਅਲ ਪੰਨੇ ਦੀ ਵਜ੍ਹਾ ਦੱਸੀ ਹੈ। ਬਾਕੀ ਮੈਂ ਜਵਾਨਾਂ ਦੇ ਵਿੱਚ ਵੀ ਰਹੀ ਹਾਂ, ਮੈਂ ਪਹਿਲੇ ਪੁਲਿਸ ਫੋਰਸ 'ਚ ਸੀਗੀ ਔਰ ਜਿਹੜਾ ਜਵਾਨ ਵੀ ਰੋ ਰਿਹਾ ਹੈ ਔਰ ਕਿਸਾਨ ਵੀ ਰੋ ਰਿਹਾ ਹੈ ਔਰ ਇਹ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਹੈ। ਠੀਕ ਹੈ ਨਾ। ਮੈਂ ਜਦੋਂ ਤੁਹਾਨੂੰ ਪਹਿਲੇ ਵੀ ਯਾਦ ਹੋਏਗਾ ਜਦ ਮੈਂ ਬਾਰਡਰ ਤੇ ਗਈ ਸੀਗੀ, ਜਿਹੜਾ ਇੰਟਰਨੈਸ਼ਨਲ ਬਾਰਡਰ ਹੈਗਾ ਉੱਥੋਂ ਚਾਈਨਾ ਦੇ ਨਾਲ ਕੋਈ 25-30 ਕਿਲੋਮੀਟਰ ਹੈ, ਤੇ ਰਾਤ ਨੂੰ 2 ਵਜੇ ਸਾਡੇ ਜਵਾਨਾਂ ਦੇ ਕੋਲ ਉੱਥੇ ਕੋਈ ਫੋਨ ਨਹੀਂ ਸੀਗਾ, ਕੋਈ ਉਹਨਾਂ ਕੋਲ ਵਾਇਰਲੈਸ ਨਹੀਂ ਸੀਗੀ। ਮੈਨੂੰ ਜਾਂ ਇਹ ਦੱਸਿਆ ਗਿਆ ਉੱਥੇ ਚੱਲਦੇ ਨਹੀਂ ਸੀ, ਮਤਲਬ ਬਾਰਡਰ ਤੇ ਕੋਈ ਪ੍ਰੋਬਲਮ ਹੋ ਜਾਵੇ ਤਾਂ ਸਾਡੇ ਜਵਾਨ ਉੱਥੇ ਮਰ ਜਾਣਗੇ, ਪਰ ਪਿੱਛੇ ਸੁਨੇਹਾ ਨਹੀਂ ਦੇ ਸਕਣਗੇ ਕਿ ਦੁਸ਼ਮਣ ਅੰਦਰ ਆ ਗਿਆ ਹੈ। ਤੇ ਜਿਹੜੇ ਸਾਡੇ ਕਿਸਾਨ ਹੈ ਉਹ ਤਾਂ ਤੁਹਾਡੇ ਸਾਹਮਣੇ, ਸਾਡੇ ਬਜ਼ੁਰਗ ਮਾਂ-ਬਾਪ ਸੜਕਾਂ ਤੇ ਕਿੱਦਾਂ ਰੁਲ ਰਹੇ ਹੈ, ਰੋਜ਼ ਕੋਈ ਨਾ ਕੋਈ ਸ਼ਹੀਦ ਹੋ ਰਿਹਾ ਹੈ। ਤੇ ਇਹ ਤਾਂ ਬਹੁਤ ਹੀ ਸੌਰੀ ਸਟੇਟ ਆਫ ਅਫੇਅਰਸ ਹੈ ਔਰ ਇਹ ਜਮਹੂਰੀਅਤ ਜਿਹੜੀ ਹੈ ਹੁਣ ਰਹੀ ਨਹੀਂ, ਇਹ ਡਿਕਟੇਟਰਸ਼ਿਪ ਹੋ ਗਈ ਹੈ। ਇਹ ਤਾਂ ਕਹਿ ਰਹੇ ਹਾਂ ਅਸੀਂ ਸਰ ਫੌਜ ਦੇ ਲਈ ਬੇਹੱਦ ਆਧੁਨਿਕ ਹਥਿਆਰ ਲੈ ਰਹੇ ਨੇ, ਵੱਡੇ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਹਾਂ। ਤੁਸੀਂ ਚਾਈਨਾ ਬਾਰਡਰ ਦੀ ਗੱਲ ਕੀਤੀ ਹੈ ਕਿ ਵਧੀਆ ਤਰੀਕੇ ਦੇ ਨਾਲ ਹਾਈਟੈਕ ਠੰਡ ਤੋਂ ਬਚਣ ਲਈ ਤਰ੍ਹਾਂ ਦੀਆਂ ਗੱਲਾਂ ਸਰਕਾਰ ਕਰ ਰਹੀ ਹੈ। ਹਾਥੀ ਦੇ ਦੰਦ ਖਾਣ ਦੇ ਹੋਰ ਹੈ ਤੇ ਦਿਖਾਣ ਦੇ ਹੋਰ ਹੈ। ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ। ਜਿਹੜੀ ITBP ਆ, ਇਹਨਾਂ ਦੇ ਕੋਲ ਘੋੜੇ ਹੈ ਅੱਗੇ ਪਹਾੜਾਂ ਦੇ ਵਿੱਚ ਔਰ ਉੱਥੇ ਬਰਫ਼ ਰਹਿੰਦੀ ਹੈ। ਜਿਹੜਾ ਬਰਫ਼ ਦਾ ਪਾਣੀ ਪਿਘਲਾ ਕੇ ਘੋੜੇ ਨੂੰ ਦੇਣਾ ਹੁੰਦਾ ਉਹ ਲਈ ਤੇਲ ਜਾਂਦਾ ਹੈ। ਬਰਫ਼ ਉੱਥੇ ਤੁਸੀਂ ਸਟਿੰਗ ਆਪਰੇਸ਼ਨ ਕਰਕੇ ਦੇਖ ਲਓ, ਜਿਹੜਾ ਘੋੜਾ ਹੈ ਉਹ ਬਰਫ਼ ਚੱਟਦਾ ਹੈ ਕਿਉਂਕਿ ਉੱਥੇ ਉਹ ਤੇਲ ਨਹੀਂ ਪਹੁੰਚਦਾ ਮਿੱਟੀ ਦਾ, ਜਿੰਨਾ ਉਹਦੀ ਬਰਫ਼ ਪਿਘਲਾ ਕੇ ਉਹਨੂੰ ਪਾਣੀ ਪਿਲਾਉਣਾ। ਇਸ ਕਰਕੇ ਇਹਦੇ ਉੱਤੇ ਮੈਂ ਨਾ ਹੀ ਕਮੈਂਟ ਕਰਾਂ ਤਾਂ ਠੀਕ ਹੈ। ਇਹ ਤੁਸੀਂ ਮੀਡੀਆ ਆਓ, ਤੁਸੀਂ ਯੂ ਆਰ 4th ਸਟੇਟ ਗੋ ਔਰ ਉੱਥੇ ਸਟਿੰਗ ਆਪਰੇਸ਼ਨ ਕਰੋ। ਕਿਵੇਂ ਲੱਗਦਾ ਅੱਜ ਦੀ ਔਰਤ ਨੂੰ ਬਾਹਰ ਆਉਣਾ ਚਾਹੀਦਾ, ਖਾਸ ਕਰਕੇ ਪਿੰਡਾਂ ਤੋਂ ਤਾਂ ਬੀਬੀਆਂ ਨੇ ਜਿਹੜੀਆਂ ਉਸ ਵੇਲੇ ਧਰਨੇ ਦਾ ਹਿੱਸਾ ਨੇ, ਅਰਬਨ ਜੋ ਸ਼ਹਿਰ ਦੇ ਵਿੱਚ ਕੁੜੀਆਂ ਰਹਿੰਦੀਆਂ ਨੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
ਬਿਲਕੁਲ ਜੀ, ਜਿਹੜੀ ਔਰਤ ਹੈ, ਮੈਂ ਹਮੇਸ਼ਾ ਕਹਿੰਦੀ ਆ ਇਹ 50% ਆਫ ਵਰਲਡ ਪੋਪੂਲੇਸ਼ਨ, ਅਸੀਂ 50% ਹਿੱਸਾ ਹੈ ਦੁਨੀਆ ਦੀ ਪੋਪੂਲੇਸ਼ਨ ਦਾ। ਸਾਨੂੰ ਆਪਣੇ ਭਰਾਵਾਂ ਦੇ ਨਾਲ ਆ ਕੇ ਖੜੇ ਹੋਣ ਦੀ ਲੋੜ ਹੈ, ਔਰ ਜਿੱਥੇ ਸਾਨੂੰ ਲੋੜ ਹੈ ਉੱਥੇ ਸਾਡੇ ਭਰਾ ਸਾਡੇ ਨਾਲ ਆ ਕੇ ਖੜੇ ਹੋਣ। ਇਹ ਲੜਾਈ ਜਿਹੜੀ ਹੈ ਉਹ ਸਾਂਝੀ ਹੈ। ਬਿਲਕੁਲ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੀਆਂ ਵੀ ਸਾਡੀਆਂ ਭੈਣਾਂ ਹੈਗੀਆਂ ਆ ਉਹਨਾਂ ਨੂੰ ਨਿਵੇਦਨ ਕਰਨਾ ਚਾਹੁੰਦੀ ਆ ਕਿ ਦਿੱਲੀ ਆਓ, ਆਪਣੇ ਭੈਣ ਭਰਾਵਾਂ ਦੇ ਨਾਲ ਆ ਕੇ ਖੜੇ ਹੋ ਤੇ ਆਪਾਂ ਇੱਕ ਨਵਾਂ ਸਮਾਜ ਸਿਰਜੀਏ, ਕਿਉਂਕਿ ਪ੍ਰੋਬਲਮ ਸਿਰਫ ਕਿਸਾਨਾਂ ਦੀ ਨਹੀਂ ਹੈ। ਜਿੱਦਾਂ ਇਹ ਪ੍ਰੋਬਲਮ ਮੁੱਕ ਜਾਊਗੀ ਅੱਗੇ ਹੋਰ ਪ੍ਰੋਬਲਮਸ ਬਹੁਤ ਹੈ, ਔਰ ਇਕੱਠੇ ਹੋ ਕੇ ਸਾਨੂੰ ਲੜਨ ਦੀ ਲੋੜ ਹੈ। ਕਿਉਂਕਿ ਐਂ ਲੱਗਦਾ ਕਿ ਇਹ ਜਿਹੜੇ ਲੋਕ ਨੇ ਪੇਂਡੂ ਦਬਕੇ ਦੇ ਲੋਕ ਨੇ ਜਿਹੜੇ, ਕਿਉਂਕਿ ਬੇਸਿਕ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਵਿੱਚ ਬੇਸਿਕ ਇੰਡੀਆ ਵੱਸਦਾ, ਪਰ ਕਿਤੇ ਨਾ ਕਿਤੇ ਸ਼ਹਿਰਾਂ ਦੇ ਲੋਕਾਂ ਨੂੰ ਵੀ ਸਪੋਰਟ ਕਰਨ ਦੀ ਲੋੜ ਹੈ, ਕਿਉਂਕਿ ਉਹਨਾਂ ਦੇ ਮੂੰਹਾਂ ਤੱਕ ਪਹੁੰਚਣ ਵਾਲਾ ਅੰਨ ਕਿਸਾਨ ਪੈਦਾ ਕਰਦੇ ਨੇ। ਹਰ ਇੱਕ ਵਰਗ ਦੇ ਨਾਲ ਜੁੜੀ ਹੋਈ ਸਮੱਸਿਆ ਹੈ। ਬਿਲਕੁਲ ਸਹੀ ਕਹਿ ਰਹੇ ਹੋ ਜੀ। ਇਹ ਜਿਹੜੀ ਕਾਨੂੰਨਾਂ ਦੀ ਮਾਰ ਪੈਣੀ ਆ ਨਾ, ਇਹ ਵਰਚੁਅਲੀ ਸ਼ਹਿਰਾਂ ਵਾਲਿਆਂ ਨੂੰ ਪੈਣੀ ਹੈ, ਕਿਉਂਕਿ ਕਿਸਾਨ ਕੋ ਮਾੜੀ ਮੋਟੀ ਜ਼ਮੀਨ ਹੋਊਗੀ, ਆਪਣੇ ਜੋਗੀ ਗਾਊਗਾ ਤੇ ਖਾ ਲੂਗਾ। ਭੁੱਖੇ ਮੈਂ ਉਹੀ ਕਹਿਨੀ ਹੈ ਕਿ ਇਹ ਜਿਹੜੇ ਸ਼ਹਿਰ ਦੇ ਲੋਕ ਹੈਗੇ ਆ, ਬਿਊਰੋਕਰੇਟਸ ਹੈ, ਵਾਈਟ ਕਾਲਰ ਆਫਿਸਰ ਸਾਡੇ ਹੈਗੇ ਆ, ਭੁੱਖੇ ਇਹਨਾਂ ਨੇ ਮਰਨਾ, ਇਹਨਾਂ ਦੀਆਂ ਔਲਾਦਾਂ ਨੇ ਮਰਨਾ ਹੈ। ਠੀਕ ਹੈ ਨਾ, ਜਿਹੜਾ ਕਿਸਾਨ ਉਹ ਮਾੜੀ ਮੋਟੀ ਆਪਣੀ ਫੇਰ ਵੀ ਖਾ ਲੂਗਾ। ਇਸ ਕਰਕੇ ਲੋੜ ਹੈਗੀ ਹੈ ਕਿ ਅੱਜ ਅਸੀਂ ਆਪਣੇ ਮੁਲਕ ਨੂੰ, ਜਿਹਦੇ ਲਈ ਇੰਨੇ ਸਾਡੇ ਸ਼ਹੀਦੀਆਂ ਹੋਈਆਂ ਆ, ਉਹ ਆਪਣੀ ਜਿਹੜੀ ਸਾਡੀ ਮਾਂ ਆ ਧਰਤੀ, ਉਹਨੂੰ ਨੋਚ ਕੇ ਲੋਕ ਖਾ ਰਹੇ ਆ, ਉਹਨੂੰ ਛੱਡਣ, ਸਾਡੇ ਨਾਲ ਆ ਕੇ ਰਲਣ ਤੇ ਆਪਾਂ ਇੱਕ ਜਿਹੜਾ ਨਵਾਂ ਸਮਾਜ ਹੈਗਾ ਆ, ਨਵਾਂ ਜਿਹੜਾ ਮੁਲਕ ਹੈਗਾ ਆ, ਉਹ ਸਿਰਜੀਏ। ਜਾਂਦੇ ਜਾਂਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ, ਔਰ ਖਾਸ ਕਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਸਰਕਾਰ ਨੂੰ ਹੁਣ ਕੁਝ ਕਹਿਣਾ ਨਹੀਂ ਚਾਹੁੰਦੀ, ਕਰਕੇ ਦਿਖਾਣਾ ਚਾਹੁੰਦੀ ਆ, ਔਰ ਆਈ ਹੈਵ ਆਲਰੇਡੀ ਬਿਗਨ। ਤੁਹਾਡੇ ਮਾਧਿਅਮ ਰਾਹੀਂ ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਲੜਾਈ ਹਥਿਆਰ ਨਾਲ ਨਹੀਂ ਲੜੀ ਜਾਂਦੀ। ਇਹ ਜਿਹੜੀ ਸਪੈਸੀਫਿਕਲੀ ਜਿਹੜੀ ਇਹ ਲੜਾਈ ਹੈ, ਇਹ ਦਿਮਾਗ ਨਾਲ ਲੜਨ ਦੀ ਲੋੜ ਹੈ, ਇੰਟੈਲੈਕਟ ਨਾਲ ਲੜਨ ਦੀ ਲੋੜ ਹੈ। ਸਾਡੇ ਇੱਥੇ ਜਗ੍ਹਾ ਜਗ੍ਹਾ ਤੋਂ ਸੰਗਤ ਆਈ ਹੋਈ ਹੈ, ਹਰ ਬੰਦਾ ਆਪਣੇ ਆਪਣੇ ਹਿਸਾਬ ਦਾ ਯੋਗਦਾਨ ਪਾ ਰਿਹਾ ਹੈ। ਕਿਉਂਕਿ ਮੈਂ ਕਾਨੂੰਨ ਦੀ ਵਿਦਿਆਰਥੀ ਹਾਂ, ਕਾਨੂੰਨ ਦੇਖੋ ਮੈਂ ਨਾਲ ਲੈ ਕੇ ਆਈ ਹਾਂ। ਮੈਂ ਹੁਣ ਇਸ ਸਟੇਜ ਤੋਂ ਵੀ ਐਲਾਨ ਕੀਤਾ, ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਸਭ ਨੂੰ ਇਹ ਦਰਖਾਸਤ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਥੇ ਆਉਂਗੀ ਔਰ ਮੈਂ ਰੋਜ਼ ਟਰਾਲੀ ਟੂ ਟਰਾਲੀ ਆਉਂਗੀ। ਹਰ ਟਰਾਲੀ ਕੋ 25-30 ਬੰਦੇ ਇਕੱਠੇ ਹੋ ਜਾਇਆ ਕਰੋ, ਤਾਂ ਕਿ ਮੈਂ ਤੁਹਾਨੂੰ ਕਾਨੂੰਨ ਦੀਆਂ, ਕਿਉਂਕਿ ਹਰ ਬੰਦਾ ਕਹਿ ਰਿਹਾ ਕਾਨੂੰਨ ਕਾਲੇ ਹੈ, ਧੋਖਾ ਹੈ, ਪਰ ਆਮ ਲੋਕਾਂ ਨੂੰ ਜ਼ਿਆਦਾ ਪਤਾ ਹੈ ਕਿ ਕੀ ਧੋਖਾ ਹੈ, ਇਹ 'ਚ ਕੀ ਕਾਲਾ ਹੈ। ਤੇ ਮੈਂ ਚਾਹੁੰਦੀ ਹਾਂ ਮੈਂ ਹਰ ਬੰਦੇ ਨੂੰ ਇਦਾਂ ਤਿਆਰ ਕਰ ਦਿਆਂ ਕਿ ਕਿਸੇ ਵੀ ਇੱਕ ਬੰਦੇ ਨੂੰ ਇੱਥੋਂ ਪ੍ਰਾਈਮ ਮਿਨਿਸਟਰ ਉਠਾ ਲਵੇ, ਲਾਅ ਮਿਨਿਸਟਰ ਉਠਾ ਲਵੇ, ਐਗਰੀਕਲਚਰ ਮਿਨਿਸਟਰ ਉਠਾ ਲਵੇ, ਇੰਟਰਨੈਸ਼ਨਲ ਮੀਡੀਆ ਆ ਜਾਵੇ, ਤਾਂ ਉਹਦੇ ਕੋਲ ਦੱਸਣ ਨੂੰ ਹੋਵੇ ਕਿ ਸਾਡੇ ਨਾਲ ਕੀ ਗਲਤ ਹੋ ਰਿਹਾ ਹੈ। ਕਿਉਂਕਿ ਜਿਹੜੇ ਸਾਡੇ ਪੇਂਡੂ ਦਬਕੇ ਦੇ ਲੋਕ ਨੇ ਉਹਨਾਂ ਨੂੰ ਕਾਨੂੰਨਾਂ ਬਾਰੇ ਜ਼ਿਆਦਾ ਨੌਲੇਜ ਨਹੀਂ ਹੈਗੀ, ਕਿਉਂਕਿ ਹਰ ਇੱਕ ਜਿਹੜੀ ਇੰਟਰਨੈਸ਼ਨਲ ਸਾਡਾ ਮੀਡੀਆ ਉਹ ਜਾ ਕੇ ਪੁੱਛਦਾ ਕਿ ਕਾਨੂੰਨ ਕੀ ਨੇ, ਤਾਂ ਸਾਡੇ ਪੇਂਡੂ ਲੋਕਾਂ ਨੂੰ ਸਿਰਫ ਇਹ ਪਤਾ ਕਿ ਇਹ ਕਾਨੂੰਨ ਸਾਡੇ ਲਈ ਗਲਤ ਨੇ, ਪਰ ਉਹ ਇਹਨਾਂ ਦੀ ਵਿਆਖਿਆ ਉਹਨਾਂ ਸਾਹਮਣੇ ਕਰਨੀ ਚਾਹੁੰਦੇ, ਜਿਸ ਕਰਕੇ ਨੈਸ਼ਨਲ ਮੀਡੀਆ ਉਹਨਾਂ ਦਾ ਮਜ਼ਾਕ ਬਣਾਉਂਦਾ। ਜੀ ਬਿਲਕੁਲ, ਇਹ ਦੇਖੋ ਹਰ ਗਲਤੀ ਤੋਂ ਬੰਦਾ ਸਿੱਖਦਾ ਹੈ, ਇਹ ਸਿੱਖਣ ਵਾਲੀ ਗੱਲ ਹੈ। ਜਿੱਥੇ ਤੱਕ ਤਾਂ ਕਿਸਾਨੀ ਦੀ ਟੈਕਨੀਕਲ ਨੋ ਹਾਊ ਦੀ ਗੱਲ ਹੈ, ਠੀਕ ਹੈ ਨਾ, ਕਿਸਾਨੀ ਦੀ ਜਿਹੜੀ ਤਕਨੀਕ ਦੀ ਗੱਲ ਹੈ, ਸਾਡੇ ਕਿਸਾਨਾਂ ਨੂੰ ਵਰਲਡ ਓਵਰ ਕੋਈ ਮਾਰ ਨਹੀਂ ਪਾ ਸਕਦਾ। ਪਰ ਜਿਹੜੇ ਇਨਸੀਡੈਂਟਲ ਮੈਟਰਸ ਹੈਗੇ ਆ, ਮਾਰਕੀਟਿੰਗ ਹੋ ਗਈ ਖੇਤੀ ਦੀ, ਕਾਨੂੰਨ ਹੋ ਗਏ, ਇਹਦੇ ਬਾਰੇ ਸਾਡੇ ਲੋਕਾਂ ਥੋੜੇ ਹਨੇਰੇ ਦੇ ਵਿੱਚ ਹੈ, ਔਰ ਇਸੇ ਕਰਕੇ ਇਹਨਾਂ ਨੂੰ ਬਾਰ-ਬਾਰ ਐਕਸਪਲੋਇਟ ਹੋਣਾ ਪੈਂਦਾ ਹੈ। ਤੇ ਕੋਈ ਗੱਲ ਨਹੀਂ, ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਅਸੀਂ ਕਾਨੂੰਨ ਦੇ ਨਾਲ ਆਮ ਕਰ ਸਕੀਏ, ਸੋ ਦੈਟ ਇਹਨਾਂ ਕੋਲ ਜਿਹੜਾ ਮਰਜ਼ੀ ਬੰਦਾ ਆ ਜਾਵੇ ਤੇ ਇਹ ਉਹਦੀ ਬੋਲਤੀ ਬੰਦ ਕਰ ਸਕਣ। ਬਹੁਤ ਮਿਹਰਬਾਨੀ। ਇਹ ਲੜਕੀ ਹੈ ਜੋ ਕਿ ਫੋਰਸ ਨੂੰ ਜਿਹੜਾ ਠੋਕਰ ਮਾਰ ਕੇ ਆਪਣੀ ਨੌਕਰੀ ਨੂੰ ਛੱਡ ਕੇ ਆਈ ਹੈ। ਸੋ ਇਹਨਾਂ ਦਾ ਕਹਿਣਾ ਹਰ ਲੜਾਈ ਹਥਿਆਰਾਂ ਦੇ ਨਾਲ ਨਹੀਂ ਲੜੀ ਜਾਂਦੀ, ਟਰਾਲੀ ਹਰ ਇੱਕ ਟਰਾਲੀ ਕੋ ਜਾ ਕੇ ਕਾਨੂੰਨ ਦੀ ਜਾਣਕਾਰੀ ਸਮਝਾਈ ਜਾਊਗੀ, ਤਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇੱਥੋਂ ਕਿਸੇ ਵੀ ਕਿਸਾਨ ਨੂੰ ਬੁਲਾ ਕੇ ਕਾਨੂੰਨਾਂ ਦੇ ਬਾਰੇ ਗੱਲ ਕਰ ਲੈਣ, ਉਹ ਉਹਨਾਂ ਨੂੰ ਕਾਨੂੰਨ ਬਾਰੇ ਬਿਲਕੁਲ ਜਵਾਬ ਦੇ ਸਕਣਗੇ। ਸਭ ਤੋਂ ਵੱਡੀ ਗੱਲ ਹੈ ਕਿ ਨੌਜਵਾਨਾਂ ਨੂੰ, ਖਾਸ ਕਰ ਸ਼ਹਿਰੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉੱਠ ਕੇ ਕਿਸਾਨਾਂ ਦਾ ਸਮਰਥਨ ਕਰੋ, ਤਾਂ ਕਿ ਇੱਥੇ ਜਿੱਤ ਪ੍ਰਾਪਤ ਕੀਤੀ ਜਾ ਸਕੇ। ਕੈਮਰਾਮੈਨ ਪ੍ਰਕਾਸ਼ ਜੱਸਾ ਦੇ ਨਾਲ ਗਗਨ ਸ਼ੁਕਲਾ, ਦਿੱਲੀ।